ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ YouTube ਚੈਨਲ ਲਰਨਿੰਗ ਫੋਰਟ ਦੇ ਵਿੱਚ। ਅੱਜ ਲੈ ਕੇ ਆਏ ਤੁਹਾਡੇ ਲਈ ਸਵਿਕਸ ਦਾ ਵਿਸ਼ਾ, ਜਿਹਦੇ ਵਿੱਚ ਅੱਜ ਆਪਾਂ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ ਗੱਲਬਾਤ ਕਰਾਂਗੇ। ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਜੀ। ਹਰ ਇੱਕ ਜੋਬ ਟੈਸਟ ਦੇ ਵਿੱਚੋਂ ਇਹਦੇ ਵਿੱਚੋਂ ਤਕਰੀਬਨ 3-4 ਕੁਐਸਚਨ ਜਿਹੜੇ ਆ ਪੁੱਛੇ ਜਾਂਦੇ ਨੇ। ਸੋ ਅੱਜ ਇਹਨਾਂ ਦੇ ਬਾਰੇ ਪੜ੍ਹਾਂਗੇ ਜੋ 12 ਅਨੁਸੂਚੀਆਂ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਚਲੋ ਸਟਾਰਟ ਕਰਦੇ ਹਾਂ ਜੀ। ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ। ਪਹਿਲੀ ਅਨੁਸੂਚੀ, ਜਿਸ ਵਿੱਚ ਭਾਰਤ ਦੇ ਰਾਜਾਂ ਅਤੇ ਸੰਘ ਖੇਤਰਾਂ ਦਾ ਉਲੇਖ ਕੀਤਾ ਗਿਆ ਹੈ। ਠੀਕ ਹੈ, ਭਾਰਤ ਨੂੰ ਇੰਡੀਆ ਜਾਂ ਭਾਰਤ ਕਹਿ ਕੇ ਸੰਬੋਧਿਤ ਕੀਤਾ ਗਿਆ ਜੀ ਸੰਵਿਧਾਨ ਦੇ ਵਿੱਚ। ਸੋ ਭਾਰਤ ਦੇ ਰਾਜਾਂ, ਜਿਵੇਂ ਕਿ ਅੱਜ 28 ਰਾਜ ਨੇ, 9 ਕੇਂਦਰ ਸ਼ਾਸਤ ਨੇ, ਉਹਨਾਂ ਦਾ ਉਲੇਖ ਹੈ ਜਿਹੜਾ ਭਾਰਤੀ ਸੰਵਿਧਾਨ ਦੀ ਅਨੁਸੂਚੀ ਪਹਿਲੀ ਦੇ ਵਿੱਚ ਉਲੇਖ ਕੀਤਾ ਗਿਆ। ਦੂਜੀ ਅਨੁਸੂਚੀ ਹੈ ਜੀ, ਇਸ ਵਿੱਚ ਭਾਰਤੀ ਰਾਜ ਵਿਵਸਥਾ ਦੇ ਜਿਹੜੇ ਪਦ ਅਧਿਕਾਰੀ ਨੇ, ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ, ਭੱਤੇ, ਪੈਨਸ਼ਨ ਆਦਿ ਦਾ ਉਲੇਖ ਹੈ ਜਿਹੜਾ ਅਨੁਸੂਚੀ ਦੂਜੀ ਦੇ ਵਿੱਚ ਦਰਜ ਕੀਤਾ ਗਿਆ। ਅਨੁਸੂਚੀ 2 ਦੇ ਮੁਤਾਬਕ ਇਹ ਕਿਹਾ ਗਿਆ ਕਿ ਵੀ ਭਾਰਤੀ ਰਾਜ ਵਿਵਸਥਾ ਦੇ ਜੋ ਵੀ ਅਧਿਕਾਰੀ ਹੋਣਗੇ, ਉਹਨਾਂ ਨੂੰ ਤਨਖਾਹ, ਭੱਤੇ ਅਤੇ ਪੈਨਸ਼ਨ ਆ ਜਿਹੜੀ ਦਿੱਤੀ ਜਾਵੇਗੀ। ਅਤੇ ਇਹ ਸੰਸਦ ਦੇ ਵਿੱਚ ਬਿੱਲ ਪਾਸ ਕਰਕੇ ਸਮੇਂ ਦੇ ਹਿਸਾਬ ਨਾਲ ਇਹਨਾਂ ਨੂੰ ਘਟਾਇਆ ਵਧਾਇਆ ਜਿਹੜਾ ਜਾ ਸਕਦਾ। ਤੀਜੀ ਅਨੁਸੂਚੀ ਹੈ ਜੀ, ਇਹਦੇ ਵਿੱਚ ਪਦ ਅਧਿਕਾਰੀ ਹੈ ਜਿਹੜੇ ਉਹ ਆਪਣਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਹੁੰ ਚੁੱਕਣੀ ਪੈਂਦੀ ਆ। ਸੋ ਉਸ ਸਹੁੰ ਦਾ ਉਲੇਖ ਆ ਜਿਹੜਾ ਭਾਰਤੀ ਸੰਵਿਧਾਨ ਦੀ ਅਨੁਸੂਚੀ 3 ਵਿੱਚ ਦਰਜ ਕੀਤਾ ਗਿਆ। ਚੌਥੀ ਅਨੁਸੂਚੀ ਦੇ ਵਿੱਚ ਰਾਜਾਂ ਅਤੇ ਸੰਘੀ ਖੇਤਰਾਂ ਦੇ ਰਾਜ ਸਭਾ ਵਿੱਚ ਪ੍ਰਤੀਨਿਧਤਾ ਦਾ ਉਲੇਖ ਕੀਤਾ ਗਿਆ। ਇਸ ਚੌਥੀ ਅਨੁਸੂਚੀ ਦੇ ਅਕੋਰਡਿੰਗ ਹੀ ਜੋ ਰਾਜ ਜਾਂ ਸੰਘੀ ਖੇਤਰ ਆਪਣੇ ਪ੍ਰਤੀਨਿਧ ਰਾਜ ਸਭਾ ਦੇ ਵਿੱਚ ਭੇਜਦੇ ਆ, ਉਹਨਾਂ ਦਾ ਉਲੇਖ ਚੌਥੀ ਅਨੁਸੂਚੀ ਦੇ ਵਿੱਚ ਹੈ ਜਿਹੜਾ ਦਰਜ ਹੈ। ਪੰਜਵੀਂ ਅਨੁਸੂਚੀ ਦੇ ਵਿੱਚ ਜੋ ਵੀ ਅਨੁਸੂਚਿਤ ਖੇਤਰ ਨੇ ਜਾਂ ਅਨੁਸੂਚਿਤ ਜਨਜਾਤੀਆਂ ਨੇ, ਉਹਨਾਂ ਦੇ ਪ੍ਰਸ਼ਾਸਨ ਅਤੇ ਨਿਯੰਤਰਣ ਵਾਲੇ ਉਲੇਖ ਹੈ ਜਿਹੜਾ ਪੰਜਵੀਂ ਅਨੁਸੂਚੀ ਦੇ ਵਿੱਚ ਕੀਤਾ ਗਿਆ। ਛੇਵੀਂ ਅਨੁਸੂਚੀ ਦੇ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਹੋ ਗਿਆ, ਮਿਜ਼ੋਰਮ ਹੋ ਗਿਆ, ਇਹਨਾਂ ਰਾਜਾਂ ਦੇ ਜਨਜਾਤੀ ਖੇਤਰਾਂ ਦਾ ਪ੍ਰਸ਼ਾਸਨ ਦੇ ਬਾਰੇ ਉਲੇਖ ਹੈ। ਸੋ ਇਹ ਰਿਜ਼ਰਵ ਕੈਟਾਗਰੀ ਦੇ ਵਿੱਚ ਜਿਹੜੇ ਖੇਤਰ ਆ ਜਾਂਦੇ ਨੇ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ ਜਨਜਾਤੀ ਖੇਤਰ ਨੇ। ਸੋ ਇਹਨਾਂ ਦੇ ਪ੍ਰਸ਼ਾਸਨ ਦਾ ਉਲੇਖ ਜਿਹੜਾ 6ਵੀਂ ਅਨੁਸੂਚੀ ਦੇ ਵਿੱਚ ਕੀਤਾ ਗਿਆ। 7ਵੀਂ ਅਨੁਸੂਚੀ ਹੈ ਜੀ, ਇਸ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਆ। ਸ਼ਕਤੀਆਂ ਜਿਹੜੀਆਂ 3 ਭਾਗਾਂ 'ਚ ਵੰਡੀਆਂ ਗਈਆਂ ਨੇ, ਉਹ ਕਿਹੜੀਆਂ ਨੇ ਜੀ? ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ। ਠੀਕ ਹੈ ਜੀ। ਸੋ ਉਹਨਾਂ ਦੀ ਸ਼ਕਤੀਆਂ ਦੀ ਵੰਡ ਆ ਜਿਹੜੀ ਉਹ 7ਵੀਂ ਅਨੁਸੂਚੀ ਦੇ ਦੁਆਰਾ ਕੀਤੀ ਗਈ ਹੈ। ਸੰਘ ਸੂਚੀ ਦੇ ਵਿੱਚ ਜਿਹੜਾ ਹੈਗਾ ਜੀ, ਉਹਦੇ ਵਿਸ਼ੇ ਆ ਜਿਹੜੇ ਹੁਣ ਦੀ ਘੜੀ 100 ਵਿਸ਼ਾ। ਠੀਕ ਹੈ ਜੀ। ਅਤੇ ਰਾਜ ਸੂਚੀ ਦੇ ਵਿੱਚ ਅੱਜ 61 ਵਿਸ਼ਿਆਂ ਦਾ ਜਿਹੜਾ ਉਲੇਖ ਆ, ਜੋ ਕਿ ਪਹਿਲਾਂ 66 ਸਨ। ਅਤੇ ਸਮਵਰਤੀ ਸੂਚੀ ਜੋ ਕਿ ਸਾਂਝੀ ਸੂਚੀ ਆ, ਉਹਦੇ ਵਿੱਚ ਪਹਿਲਾਂ 47 ਵਿਸ਼ੇ ਸੀ। ਅੱਜ ਦੀ ਘੜੀ ਦੇ ਵਿੱਚ ਜਿਹੜੇ ਆ 52 ਵਿਸ਼ੇ ਆ ਉਹਦੇ ਵਿੱਚ ਦਰਜ ਕੀਤੇ ਗਏ ਆ। ਠੀਕ ਹੈ ਜੀ। 8ਵੀਂ ਅਨੁਸੂਚੀ ਆ। 8ਵੀਂ ਅਨੁਸੂਚੀ ਦੇ ਵਿੱਚ ਜੋ ਵੀ ਉਲੇਖ ਹੈਗਾ ਉਹ 22 ਭਾਸ਼ਾਵਾਂ ਦਾ ਉਲੇਖ ਆ। ਭਾਰਤ ਦੇ ਵਿੱਚ ਜਿਹੜੀਆਂ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ, ਉਹ 8ਵੀਂ ਅਨੁਸੂਚੀ ਦੇ ਵਿੱਚ ਦਰਜ ਨੇ। ਪਰ ਮੂਲ ਰੂਪ ਵਿੱਚ ਜਦੋਂ ਇਹ ਅਨੁਸੂਚੀ ਹੈ ਜਿਹੜੀ ਦਰਜ ਕੀਤੀ ਗਈ ਆ, ਉਦੋਂ ਇਹਦੇ ਵਿੱਚ ਸਿਰਫ 14 ਭਾਸ਼ਾਵਾਂ ਹੀ ਦਰਜ ਸਨ। ਉਸ ਤੋਂ ਬਾਅਦ 1967 ਦੇ ਵਿੱਚ ਸਿੰਧੀ ਭਾਸ਼ਾ ਨੂੰ ਇਹਦੇ ਵਿੱਚ ਦਰਜ ਕੀਤਾ ਗਿਆ। 1992 ਦੇ ਵਿੱਚ ਕੋਂਕਣੀ, ਮਣੀਪੁਰੀ ਅਤੇ ਨੇਪਾਲੀ ਨੂੰ ਇਹਦੇ ਵਿੱਚ ਦਰਜ ਕੀਤਾ ਗਿਆ। ਅਤੇ 2003 ਦੇ ਵਿੱਚ ਡੋਗਰੀ, ਬੋਡੋ, ਮੈਥਲੀ ਐਂਡ ਸੰਥਾਲੀ ਨੂੰ ਇਸ ਵਿੱਚ ਦਰਜ ਕੀਤਾ ਗਿਆ ਜੀ। ਅਤੇ ਸ਼ੁਰੂ ਵਿੱਚ ਇਹਦੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਉਲੇਖ ਸੀਗਾ ਜਿਹੜਾ ਨਹੀਂ ਕੀਤਾ ਗਿਆ ਸੀ। 8ਵੀਂ ਅਨੁਸੂਚੀ ਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਦਾ ਜਿਹੜਾ ਉਲੇਖ ਸੀਗਾ, ਅਤੇ ਮੂਲ ਰੂਪ ਵਿੱਚ ਇਹ ਭਾਸ਼ਾਵਾਂ ਜਿਹੜੀਆਂ ਸੀਗੀਆਂ 14 ਸੀਗੀਆਂ। ਅਤੇ ਅੱਜ ਇਹ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਮਾਣ ਦਰਜ ਹੈ। ਠੀਕ। 9ਵੀਂ ਅਨੁਸੂਚੀ ਹੈ ਜੀ। 9ਵੀਂ ਅਨੁਸੂਚੀ ਦੇ ਵਿੱਚ
ਜੋ ਦਰਜ ਕੀਤਾ ਗਿਆ ਉਹ ਕੀਤਾ ਗਿਆ ਵੀ ਜੋ ਵੀ ਰਾਜਾਂ ਦੇ ਅੰਤਰਗਤ ਸੰਪੱਤੀ ਆਉਂਦੀ ਆ ਉਹਨੂੰ ਗ੍ਰਹਿਣ ਕਰਨ ਦਾ ਹੱਕ ਜਿਹੜਾ ਰਾਜਾਂ ਨੂੰ ਹੈਗਾ, ਸੰਪੱਤੀ ਗ੍ਰਹਿਣ ਕਰਨ ਦਾ ਉਲੇਖ ਆ ਜਿਹੜਾ 9ਵੀਂ ਅਨੁਸੂਚੀ ਦੇ ਵਿੱਚ ਕੀਤਾ ਗਿਆ। ਇਹ ਅਨੁਸੂਚੀ ਜਿਹੜੀ ਆ ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ ਸੋਧ ਹੋਈ ਸੀ 1951 ਦੇ ਵਿੱਚ, ਉਹਦੇ ਦੁਆਰਾ 9ਵੀਂ ਅਨੁਸੂਚੀ ਨੂੰ ਦਰਜ ਕੀਤਾ ਗਿਆ। ਠੀਕ ਹੈ ਜੀ। ਇਸ ਵਿੱਚ ਪਹਿਲਾਂ ਕਿਹਾ ਗਿਆ ਸੀ ਕਿ ਵੀ ਜਿਹੜੇ ਸੰਪੱਤੀ ਨਾਲ ਸੰਬੰਧਿਤ ਵਿਸ਼ੇ ਨੇ ਉਹਨਾਂ ਨੂੰ ਉੱਚਤਮ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ, ਪਰ 24 ਅਪ੍ਰੈਲ 1977 ਤੋਂ ਬਾਅਦ ਦੇ ਜਿਹੜੇ ਵਿਸ਼ੇ ਆ ਇਹਨਾਂ ਨੂੰ ਉੱਚਤਮ ਅਦਾਲਤ ਦੇ ਵਿੱਚ ਜਿਹੜਾ ਲਿਜਾਇਆ ਜਾ ਸਕਦਾ। ਇਹ ਜਿਹੜਾ ਫੈਸਲਾ ਕੀਤਾ ਗਿਆ ਸੀ 11 ਮਾਰਚ 2007 ਨੂੰ, 11 ਮਾਰਚ 2000 ਸੌਰੀ 11 ਜਨਵਰੀ 2007 ਨੂੰ ਇਹ ਫੈਸਲਾ ਕੀਤਾ ਗਿਆ ਕਿ ਵੀ ਜੋ ਵੀ ਸੰਪੱਤੀ ਗ੍ਰਹਿਣ ਨਾਲ ਵੀ ਯਾਨੀ ਕਿ 9ਵੀਂ ਅਨੁਸੂਚੀ ਦੇ ਜੋ ਵੀ ਵਿਸ਼ੇ ਹਨ ਉਹਨਾਂ ਵਿਸ਼ਿਆਂ ਨੂੰ ਅਦਾਲਤ ਦੇ ਵਿੱਚ ਸਮੀਖਿਆ ਦਿੱਤੀ ਜਾ ਸਕਦੀ ਹੈ। 11 ਜਨਵਰੀ 2007 ਦੇ ਵਿੱਚ ਇਹ ਫੈਸਲਾ ਜਿਹੜਾ ਸੀ ਕੀਤਾ ਗਿਆ। ਨੈਕਸਟ ਹੈ ਕਿ 10ਵੀਂ ਅਨੁਸੂਚੀ। 10ਵੀਂ ਅਨੁਸੂਚੀ ਨੂੰ 52ਵੀਂ ਸੋਧ ਹੋਈ ਸੀ 1985 ਦੇ ਵਿੱਚ, ਉਹਦੇ ਵਿੱਚ ਜੋੜਿਆ ਗਿਆ ਸੀ, ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਵੀ ਕੋਈ ਵੀ ਦਲ ਆ ਜਿਹੜਾ ਇੱਕ ਦਲ ਨੂੰ ਛੱਡ ਕੇ ਦੂਜੇ ਦਲ ਦੇ ਵਿੱਚ ਨਹੀਂ ਜਾ ਸਕਦਾ, ਉਹਦੇ 'ਤੇ ਕਾਰਵਾਈ ਕਰਨ ਦੀ ਜਿਹੜੀ ਆ ਫੈਸਲਾ ਜਿਹੜਾ ਲਿਆ ਗਿਆ ਸੀ 52ਵੀਂ ਸੰਸ਼ੋਧਨ ਦੇ ਵਿੱਚ 1985 ਦੇ ਵਿੱਚ ਜਿਹੜੀ ਹੋਈ ਸੀ। ਸੋ 10ਵੀਂ ਅਨੁਸੂਚੀ ਇਹ ਦਰਸਾਉਂਦੀ ਹੈ ਕਿ ਵੀ ਕੋਈ ਵੀ ਜਿਹੜਾ ਦਲ ਆ, ਕੋਈ ਵੀ ਦਲ ਮੈਂਬਰ ਆ, ਉਹ ਆਪਣੇ ਦਲ ਨੂੰ ਛੱਡ ਕੇ ਦੂਜੇ ਦਲ ਦੇ ਵਿੱਚ ਨਹੀਂ ਜਾ ਸਕਦਾ। 11ਵੀਂ ਅਨੁਸੂਚੀ ਹੈ ਜੀ। 11ਵੀਂ ਅਨੁਸੂਚੀ ਨੂੰ ਜਿਹੜਾ 73ਵੀਂ ਸੋਧ 1993 ਦੇ ਵਿੱਚ ਹੋਈ ਸੀ ਉਹਦੇ ਰਾਹੀਂ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ। 11ਵੀਂ ਅਨੁਸੂਚੀ ਹੈ ਜਿਹੜੀ ਪੰਚਾਇਤੀ ਰਾਜ ਨਾਲ ਸੰਬੰਧਿਤ ਆ। ਠੀਕ ਹੈ ਜੀ। ਸੋ ਇਹਦੇ ਵਿੱਚ ਜਿਹੜੇ ਆ ਪੰਚਾਇਤੀ ਰਾਜ ਦੇ ਵਿੱਚ ਵੀ ਸਰਕਾਰ, ਸਥਾਨਕ ਸਰਕਾਰ ਕਿੰਨੇ ਵਿਸ਼ਿਆਂ 'ਤੇ ਕੰਮ ਕਰੂਗੀ, ਤਾਂ ਉਹ ਵਿਸ਼ੇ ਆ ਇਹਦੇ ਵਿੱਚ 29 ਵਿਸ਼ਿਆਂ ਨੂੰ ਜਿਹੜਾ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਸੋ ਜਿਹੜੀ ਪੰਚਾਇਤੀ ਰਾਜ ਆ ਉਹ 29 ਵਿਸ਼ਿਆਂ 'ਤੇ ਜਿਹੜਾ ਕੰਮ ਕਰੇਗਾ। ਇਹ 11ਵੀਂ ਅਨੁਸੂਚੀ ਦੇ ਵਿੱਚ ਦਰਜ ਆ ਅਤੇ 11ਵੀਂ ਅਨੁਸੂਚੀ ਜਿਹੜੀ 73ਵੀਂ ਸੋਧ 1993 ਦੇ ਦੁਆਰਾ ਸੰਵਿਧਾਨ ਦੇ ਵਿੱਚ ਦਰਜ ਕੀਤੀ ਗਈ ਆ। ਨੈਕਸਟ ਹੈ ਲਾਸਟ 12ਵੀਂ ਅਨੁਸੂਚੀ। 12ਵੀਂ ਅਨੁਸੂਚੀ ਨੂੰ 74ਵੀਂ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ। ਇਹ ਸ਼ਹਿਰੀ ਖੇਤਰ ਨਾਲ ਸੰਬੰਧਿਤ ਆ। ਠੀਕ ਹੈ। ਸ਼ਹਿਰੀ ਪੰਚਾਇਤ ਦੇ ਨਾਲ ਸੰਬੰਧਿਤ ਜਿਹੜਾ ਅਨੁਸੂਚੀ ਆ ਉਹ 12ਵੀਂ ਅਨੁਸੂਚੀ ਆ ਅਤੇ 74ਵੀਂ ਸੋਧ ਦੁਆਰਾ ਇਹਨੂੰ ਸ਼ਾਮਿਲ ਕੀਤਾ ਗਿਆ ਅਤੇ ਇਹਦੇ ਵਿੱਚ 18 ਵਿਸ਼ਿਆਂ ਦਾ ਉਲੇਖ ਆ ਜਿਹੜਾ ਕੀਤਾ ਗਿਆ। 18 ਵਿਸ਼ੇ ਇਹਦੇ ਵਿੱਚ ਦਰਜ ਕੀਤੇ ਗਏ ਨੇ ਵੀ ਸਰਕਾਰ ਆ ਜਿਹੜੀ ਸ਼ਹਿਰੀ ਸਰਕਾਰ ਆ ਉਹ 18 ਵਿਸ਼ਿਆਂ 'ਤੇ ਆਪਣੇ ਕੰਮ ਕਰ ਸਕਦੀ ਆ। ਸੋ ਧੰਨਵਾਦ ਜੀ। ਅੱਜ ਦੇ ਜਿਹੜੇ ਇਹ ਪ੍ਰਸ਼ਨ ਨੇ ਬਹੁਤ ਹੀ ਮਹੱਤਵਪੂਰਨ ਨੇ, ਇਹਨਾਂ ਨੂੰ ਲਿਖ ਲੈਣਾ ਜੀ, ਚੰਗੀ ਤਰ੍ਹਾਂ ਸਮਝ ਲੈਣਾ ਸੋ ਤਾਂ ਕਿ ਕੋਈ ਵੀ ਜੋਬ ਟੈਸਟ ਦੇ ਵਿੱਚ ਤੁਹਾਡੇ ਕੰਮ ਆ ਸਕਣ। ਤਕਰੀਬਨ 4-5 ਜਿਹੜੇ ਸਵਾਲ ਹੈ ਇਹਦੇ ਨਾਲ ਸੰਬੰਧਿਤ ਪੁੱਛੇ ਜਾ ਸਕਦੇ ਨੇ। ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਸ਼ੇਅਰ ਵੀ ਕਰੋ। ਧੰਨਵਾਦ ਜੀ।